ਜਿਹੜਾ ਵੀ ਬਚਨ ਅੱਜ ਆਪਾਂ ਸਾਂਝੇ ਕਿਤੇ ਇਹੋ ਹੀ ਕਰਵਾਉਣੇ ਆ, ਚਲੋ ਕਰਾ ਰਹੇ ਆ। ਬੜੇ ਧਿਆਨ ਨਾਲ ਸਮਝਿਓ ਜਿਹੜੇ ਬਚਨ ਹੁਣ ਪ੍ਰਚਾਰ ਚੱਲਦਾ ਸਿੱਖੀ 'ਚ ਕਿ ਮਹਾਰਾਜ ਪੂਰਨ ਸਿੰਘ ਜੀ ਵਿੱਚ ਜਨਮ ਤੋਂ ਜੋਤ ਸੀ, ਸਾਰੀ ਨੇਕ ਕਲੰਕ ਦੀ ਖੇਲ ਪਲਟੀ ਜਾਂਦੀ ਹੈ ਜੇ ਝੂਠ ਬੋਲਦੇ ਆ। ਕੀ ਕਹਿ ਰਹੇ ਪਾਤਸ਼ਾਹ ਵਾਰ-ਵਾਰ ਕਿ ਅਸੀਂ ਆਉਂਦੇ ਕਿਉਂ ਨਾ, ਕੌਣ ਆ ਰਿਹਾ ਸੀ, ਕੌਣ ਜਾ ਰਿਹਾ ਸੀ, ਕਿੱਥੋਂ ਆ ਰਿਹਾ ਸੀ। ਮਹਾਰਾਜ ਜੀ ਦੇਹ ਛੱਡ ਕੇ ਜੋ ਸਰੂਪ ਹੋਏ ਆ ਔਰ ਸੱਚਖੰਡ 'ਚੋਂ ਆਉਂਦੇ ਸੀ, ਜਾਂਦੇ ਸੀ। ਇਹ ਵਾਰ-ਵਾਰ ਬਚਨਾਂ 'ਚ ਮਹਾਰਾਜ ਕਹਿ ਰਹੇ ਅਸੀਂ ਆ ਰਹੇ ਹਾਂ, ਅਸੀਂ ਜਾ ਰਹੇ ਹਾਂ, ਅਸੀਂ ਆਵਾਂਗੇ, ਅਸੀਂ ਹੁਣ ਚੱਲੇ ਜੇ, ਸਾਡੇ ਚਰਨਾਂ 'ਚ ਧਿਆਨ ਕਰਕੇ ਜਕਾਰੇ ਲਾ ਦਿਓ ਅਸੀਂ ਚੱਲੇ ਜੇ, ਫੇਰ ਆਵਾਂਗੇ। ਔਰ ਲਿਖਤਾਂ ਪੜ੍ਹੀਆਂ ਵੀ 121 ਦੇ ਬਾਅਦ ਜਦੋਂ ਕਿਹਾ ਕਿ ਹੁਣ ਮਹਾਰਾਜ ਪੂਰਨ ਸਿੰਘ ਦੇ ਵਿੱਚ ਵੀ ਇੱਥੇ ਜੋਤ ਦਾ ਪ੍ਰਕਾਸ਼ ਹਮੇਸ਼ਾ ਰਹੂਗਾ, ਉਹ ਸਾਰੀਆਂ ਪੜ੍ਹੀਆਂ ਲਿਖਤਾਂ ਮਹਾਰਾਜ ਨੇ ਕਹਿ ਲਓ ਜਾਂ ਪੜ੍ਹਾਈਆਂ ਨਹੀਂ, ਪਰ ਆਪਾਂ ਇੱਥੇ ਇਸ ਵਿਸ਼ੇ ਤੇ ਹੁਣ ਰਹਿਣਾ ਜਿਹੜੇ ਆਪਾਂ ਬਚਨ ਕਰ ਰਹੇ। ਅਸੀਂ ਭੋਗ ਨਹੀਂ ਸਾਂ ਲਾ ਸਕਦੇ, ਪ੍ਰਸ਼ਾਦ ਪਹਿਲੋਂ ਆਵੇ ਤੇ ਫੇਰ ਅਸੀਂ ਭੋਗ ਲਾਉਂਦੇ ਹਾਂ। ਸ਼ਰਾਬ ਨੂੰ ਕਿਸ ਤਰ੍ਹਾਂ ਲਾਉਂਦੇ, ਮੋਤਾ ਕਿੰਨਾ ਕਸ਼ਟ ਝੱਲ ਕੇ ਕੋਠੇ ਤੇ ਪੁੱਜਾ ਤੇ ਅਸੀਂ ਆਉਂਦੇ ਕਿਉਂ ਨਾ। ਮੋਤੇ ਨਾਲ ਜਿਹੜਾ ਬਚਨ ਕੀਤਾ ਸੀ, ਅਸਾਂ ਛਾਲ ਮਾਰ ਕੇ ਪਲੰਘ ਤੇ ਆ ਬਹਿਣਾ ਸੀ। ਦੋ ਚੀਜ਼ਾਂ ਸੀ, ਭੱਖ ਤੇ ਭੋਜ। ਭਗਤਾਂ ਵਾਸਤੇ ਸ਼ਰਾਬ ਭੱਖ ਜੇ, ਗਾਂ ਵਾਸਤੇ ਸੰਗਤ ਨੂੰ ਜਾਣ ਦੀ ਛੇਤੀ ਹੋਵੇ ਤੇ ਹੱਥ ਜੋੜ ਕੇ ਅਰਜ ਕਰਨ। ਭੱਖ ਕਿਹਾ ਜਿਹਦਾ ਜਿਹੜਾ ਖਾਣ ਯੋਗ ਪਦਾਰਥ ਨਾ ਹੋਵੇ, ਔਰ ਭਗਤਾਂ ਵਾਸਤੇ ਸ਼ਰਾਬ ਪੀਣ ਵਾਲਾ ਪਦਾਰਥ ਨਹੀਂ ਹੈ। ਭੱਖ ਤੇ ਭੋਜ, ਭਗਤਾਂ ਵਾਸਤੇ ਸ਼ਰਾਬ ਭੱਖ ਜੇ, ਗਾਂ ਵਾਸਤੇ ਸੰਗਤ ਨੂੰ ਜਾਣ ਦੀ ਛੇਤੀ ਹੋਵੇ ਤੇ ਹੱਥ ਜੋੜ ਕੇ ਅਰਜ ਕਰਨ। ਆਖਣ ਸੱਚੇ ਪਾਤਸ਼ਾਹ ਤੁਸੀਂ ਵੀ ਜਾਓ ਤੇ ਅਸੀਂ ਵੀ ਜਾਈਏ। ਇਹ ਪ੍ਰਵੇਸ਼ ਰਹਿੰਦੇ ਸੀ ਕਿ ਜੇ ਤੁਸੀਂ ਜਾਣਾ ਹੁੰਦਾ ਸੰਗਤਾਂ ਨੇ ਤੇ ਤੁਸੀਂ ਕਹਿ ਦਿਆ ਕਰੋ ਕਿ ਤੁਸੀਂ ਵੀ ਜਾਓ ਬੈਕੁੰਠ ਧਾਮ ਸੱਚਖੰਡ ਤੇ ਅਸੀਂ ਵੀ ਹੁਣ ਚੱਲੇ ਆਂ ਜੀ ਘਰੋਂ ਘਰੀ। ਇਹ ਕਿੱਡੇ ਵੱਡੇ ਬਚਨ ਆ, ਕਿੱਡੇ ਵੱਡੇ ਭੇਦ। ਅਸੀਂ ਵੀ ਜਾਈਏ। ਜਿੰਨਾ ਚਿਰ ਇਹ ਦੇਹ ਇੱਥੇ ਰਹਿਣੀ ਹੋਈ ਬਚਨ ਤਾਂ ਹੋਣੇ ਹੀ ਹੋਏ ਕਿ ਜਿੰਨਾ ਚਿਰ ਮਹਾਰਾਜ ਕੁਰਸੀ ਦੀ ਦੇਹ ਤੁਹਾਡੇ ਵਿੱਚ ਰਹਿਣੀ ਹੈ, ਇਹਦੇ ਵਿੱਚ ਦੀ ਬਚਨ ਤੇ ਹੋਣੇ ਹੀ ਹੋਣੇ ਜਿੰਨਾ ਚਿਰ ਦੇਹ ਇੱਥੇ ਰਹੂ। ਜਿਹੜੀ ਚੀਜ਼ ਪਲੰਘ ਥੱਲੇ ਆ ਜੇ ਪਹਿਲੋਂ ਅਸੀਂ ਭੋਗ ਲਾਉਂਦੇ ਆ ਤੇ ਫੇਰ ਸੰਗਤ ਨੂੰ ਵਰਤਾਉਂਦੇ ਆ। ਸਾਡੇ ਬੱਚੇ ਅੰਬਲੀਆ ਬੇਐਬ ਨੇ, ਸਾਰੀ ਸਿੱਖੀ ਦਾ ਕਸ਼ਟ ਤੇ ਦਲਿੱਦਰ ਮੋਤੇ ਦੇ ਸਿਰ ਤੇ ਕੱਟਿਆ ਜੇ। ਠੀਕ ਹੈ ਜੀ, ਸਾਰੀ ਸਿੱਖੀ ਦਾ ਕਸ਼ਟ ਤੇ ਦਲਿੱਦਰ ਮੋਤੇ ਦੇ ਸਿਰ ਤੇ ਕੱਟਿਆ ਜੀ। ਇੱਕ ਦਲਿੱਦਰੀ ਦਾ ਕਸ਼ਟ ਕੱਟਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ, ਸਦਾਮੇ ਭਗਤ ਦਾ ਦਲਿੱਦਰੀ ਲਿਖਿਆ ਉਹਨਾਂ ਦੀ ਲਿਖਤ ਦੇ ਵਿੱਚ। ਤੇ ਹੁਣ ਮਹਾਰਾਜ ਕਹਿੰਦੇ ਕਿ ਕਸ਼ਟ ਸਾਰਾ ਤੇ ਸਾਰਾ ਦਲਿੱਦਰ ਜਿਹੜਾ ਸੰਤ ਦਾ ਮੋਤੇ ਦੇ ਸਿਰ ਤੇ ਕੱਟਿਆ। ਸਿੱਖਾਂ ਨੂੰ ਤਕਲੀਫ ਹੋਵੇ ਤੇ ਮਿਹਣਾ ਮਾਰਦੇ ਨੇ, ਆਂਦੇ ਪਾਤਸ਼ਾਹ ਦੇ ਲੜ ਲਾਗੇ ਵੀ ਤਕਲੀਫ ਹੋਈ, ਮੋਤੇ ਦਾ ਸਾਨੂੰ ਕਿਸੇ ਮਿਹਣਾ ਨਹੀਂ ਮਾਰਨਾ। ਸੁਖਮਣੀ ਸਾਹਿਬ ਵਿੱਚੋਂ ਨਿੰਦਕਾਂ ਦਾ ਹਾਲ ਸੁਣੋ, ਸੰਤ ਕਾ ਨਿੰਦਕ ਮਾਂ ਹਥਿਆਰਾ ਤੇ ਸੰਤ ਕਾ ਨਿੰਦਕ ਮਹਾ ਹਥਿਆਰਾ ਤੇ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਤੇ ਜਿਹੜਾ ਅੰਬਲੀਆ ਸਾਰਿਆਂ ਤੋਂ ਵੱਡੇ ਦੀ ਨਿੰਦਿਆ ਕਰੇ ਉਹਦਾ ਕੀ ਹਾਲ ਹੋਣਾ ਹੋਇਆ। ਤੇ ਜਿਹੜਾ ਮਹਾਰਾਜ ਸ਼ੇਰ ਸਿੰਘ ਜੀ ਦੀ ਅੱਜ ਨਿੰਦਿਆ ਕਰ ਰਿਹਾ ਨਾ, ਸਾਰਿਆਂ ਤੋਂ ਵੱਡੇ ਦੀ ਨਿੰਦਿਆ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕਰੂਗਾ, ਉਹਦਾ ਹਾਲ ਬੜਾ ਹੀ ਮਾੜਾ ਹੋਣਾ। ਇੱਥੇ ਵੀ ਢੋਈ ਨਹੀਂ ਮਿਲਣੀ ਤੇ ਗਾਂ ਵੀ ਸੱਚਖੰਡ ਦਾ ਦੁਆਰਾ ਨਹੀਂ ਮਿਲਣਾ, ਗਾਂ ਵੀ ਨਰਕ ਕੁੰਡ 'ਚ ਹੀ ਵਾਸ ਆ, ਮਹਾਰਾਜ ਨੇ ਗ੍ਰੰਥ 'ਚ ਲਿਖਾਇਆ। ਤੇ ਜਿਹੜਾ ਇੱਥੇ ਕਰੂਗਾ ਨਾ ਇੱਥੇ ਇੱਜ਼ਤ ਮਾਣ ਵਡਿਆਈ ਰਹਿਣੀ ਹੈ ਤੇ ਨਾ ਗਾਂ ਕੋਈ ਮਾਣ ਤੇ ਵਡਿਆਈ ਰਹਿਣੀ। ਨਿੰਦਕ ਦਾ ਹਾਲ ਇੱਥੇ ਵੀ ਦੁਰਗਤੀ ਹੋ ਜਾਣੀ ਹੈ ਤੇ ਗਾਂ ਨਿੰਦਕ ਨੂੰ ਕੋਈ ਢੋਈ ਨਹੀਂ। ਸਭ ਤੋਂ ਵੱਡੇ ਦੀ ਜਿਹੜਾ ਨਿੰਦਿਆ ਕਰੇਗਾ, ਸਾਡੀ ਨਿੰਦਿਆ ਕੀ ਹਾਲ ਹੋਣਾ ਹੋਇਆ, ਦੁਨੀਆ ਨੇ ਗਰਕ ਜੋ ਹੋਣਾ ਹੋਇਆ। ਸਾਡੀ ਨਿੰਦਿਆ ਚੁੱਪ ਕਰਕੇ ਸੁਣੀ ਜਾਇਆ ਕਰੋ, ਸ਼ਬਦ ਪ੍ਰੇਮ ਨਾਲ ਪੜੋ। ਚੇਤ ਸਿੰਘ ਬਾਬੇ ਹੋਰਾਂ ਦਾ ਤੁਹਾਨੂੰ ਭੁਲੇਖਾ ਨਹੀਂ, ਅਸੀਂ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਇਹ ਕਾਰ ਕਰਦੇ ਹਾਂ। ਸਾਨੂੰ ਜੰਮਣ ਵਾਲੇ ਨੇ ਸਾਨੂੰ ਨਹੀਂ ਸੀ ਲੱਭਾ ਤੇ ਬਾਬੇ ਹੋਰਾਂ ਲੱਭਾ ਸੀ। ਇਹ ਜੰਮਣ ਵਾਲਿਆਂ ਨੂੰ ਨਹੀਂ ਪਤਾ ਲੱਗਾ ਕਿ ਨੇਕ ਕਲੰਕ ਅਵਤਾਰ ਸਾਡੇ ਘਰ ਪ੍ਰਗਟ ਹੋ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਤੇ ਮਹਾਰਾਜ ਨੇ ਕਹਿੰਦੇ ਕਿ ਬਾਬੇ ਹੋਣਾ, ਬਾਬੇ ਮਣੀ ਸਿੰਘ ਹੋਣਾ ਸਾਨੂੰ ਲੱਭਾ ਸੀ, ਲੇਕਿਨ ਘਰਦਿਆਂ ਨੂੰ ਨਹੀਂ ਸੀ ਪਤਾ ਲੱਗਾ ਕਿ ਘਰ ਦੇ ਵਿੱਚ ਨੇਕ ਕਲੰਕ ਅਵਤਾਰ ਪ੍ਰਗਟ ਹੋਵੇ। ਉਹਨਾਂ ਨਹੀਂ ਲੱਭਾ, ਸਾਨੂੰ ਬਾਬੇ ਮਣੀ ਸਿੰਘ ਹੋਣਾ ਲੱਭਾ, ਉਹਨਾਂ ਪ੍ਰਗਟ ਕੀਤਾ। ਮਹਾਰਾਜ ਨੇ ਦੱਸ ਰਹੀ
ਲੱਭਾ ਸੀ। ਮੋਤੇ ਦਾ ਅੰਬਲੀਆ ਤੁਹਾਨੂੰ ਭੁਲੇਖਾ ਸੀ, ਮੋਤੇ ਦਾ ਅੰਬਲੀਆ ਤੁਹਾਨੂੰ ਭੁਲੇਖਾ ਸੀ, ਤੁਹਾਨੂੰ ਭੁਲੇਖਾ ਸੀ। ਇਸ ਵੇਲੇ ਸਮਰੱਥ ਪੁਰਖ ਜੀ ਦੱਸ ਰਹੇ ਕਿ ਹੁਣ ਇਹ ਆਪਣਾ ਵਾਰ ਰਿਹਾ, ਸਿੱਖੀ ਤੋਂ ਖੂਨ ਭੇਡਾ ਕਰ ਰਿਹਾ ਜੀ। ਇਸ ਵੇਲੇ ਸਮਰੱਥ ਪੁਰਖ ਜੀ ਮੋਤਾ ਸਿੰਘ ਬਣਿਆ ਹੋਇਆ ਜੀ। ਇਸ ਵੇਲੇ ਸਮਰੱਥ ਪੁਰਖ ਜੀ ਜਿਨ ਸਭ ਕੁਝ ਸਿੱਖਾਂ ਤੋਂ ਵਾਰ ਦਿੱਤਾ ਹੈ, ਬਾਬੇ ਹਰਾਂ ਦਾ ਸੰਗਤ ਨੂੰ ਪਤਾ ਹੈ। ਆਪਾਂ ਜੇ ਥੋੜਾ ਅੱਗੇ ਵਚਨ ਕਰੀਏ ਤੇ 22 ਨੰਬਰ ਗ੍ਰੰਥ 'ਚ ਜਦੋਂ ਲਿਖਤ ਆਈ ਹੈ, ਉੱਥੇ ਵੀ ਲਿਖਤ ਦੇ ਵਿੱਚ ਬਾਬੇ ਮੋਤਾ ਸਿੰਘ ਹੁਣਾਂ ਨੂੰ ਉਠਾਇਆ ਸੀ ਕਿ ਉੱਠ ਤੇ ਝੋਲੀ ਕਰਦੇ। ਅੱਜ ਸਾਰੀ ਸੰਗਤ ਦੀ ਜਿਹੜੀ ਗਰੀਬੀ ਆ ਚਾਰ ਯੁੱਗ ਦੀ, ਉਹ ਸਾਰੀ ਗਰੀਬੀ ਤੇਰੀ ਝੋਲੀ 'ਚ ਪਾਉਣੀ ਆ। ਉੱਠ ਕੇ ਤੇ ਝੋਲੀ ਅੱਗੇ ਕਰਦੇ। ਸ਼ਾਇਦ ਜਿਹੜੇ ਸਿੱਖਾਂ ਵਿਹਾਰ ਵੇਖਿਆ ਹੋਊਗਾ ਹੀ, ਤੇ ਚਲੋ ਲਿਖਤ ਪੜ੍ਹੀ ਆ ਜਾਂ ਸੁਣਿਆ, ਪੜ੍ਹਿਆ ਵੀ ਪਤਾ ਲੱਗ ਜਾਂਦਾ ਕਿ ਕੀ ਹੋਇਆ ਉਸ ਸਮੇਂ। ਤੇ ਉਦੋਂ ਬਾਬੇ ਮੋਤਾ ਸਿੰਘ ਉਹਨਾਂ ਨੂੰ ਉਠਾਇਆ ਸੀ ਤੇ ਬਾਬੇ ਲਿਖਦੇ ਆ ਉਹਦੇ ਵਿੱਚ ਕਿ ਮੋਤਾ ਸਿੰਘ ਆਪਣੀ ਪੱਗ ਦਾ ਜਿਹੜਾ ਰੰਗ ਆ ਨਾਭੀ ਕਰ ਲਾ, ਹੁਣ ਇਹਨੂੰ ਨਾਭੀ ਰੰਗ ਲਾ, ਸਿਰ ਤੇ ਬੰਨ ਲਾ ਇਸ ਪੱਗ ਨੂੰ। ਇਹ ਕੋਈ ਪੂਰਬਲਾ ਤੇਰਾ ਲੇਖ ਨਹੀਂ ਸੀ ਕਿ ਉਸ ਲੇਖ ਕਰਕੇ ਤੈਨੂੰ ਇਹ ਗਰੀਬੀ ਦੇਣੀ ਆ, ਜਾਂ ਤੇਰੇ ਪੂਰਬਲੇ ਕਰਮ ਸੀ। ਮਹਾਰਾਜ ਕਹਿੰਦੇ ਤੇ ਅੱਜ ਸਾਹਿਬ ਸਤਿਗੁਰੂ ਮਿਹਰਬਾਨ ਰਾਜੀ ਹੋ ਗਿਆ, ਦਇਆ ਕਰ ਰਿਹਾ ਸੰਗਤ ਦੇ, ਤੇ ਇਹਨੂੰ ਉਠਾ ਲਿਆ ਬੱਚੇ ਨੂੰ। ਤੇ ਅੱਜ ਇਹ ਸਾਰੀ ਸਿੱਖੀ ਦਾ ਚਾਰ ਯੁੱਗ ਦੀ ਜਿਹੜੀ ਗਰੀਬੀ ਆ ਇਹਦੀ ਝੋਲੀ ਵਿੱਚ ਪਾ ਦੇਣੀ ਆ। ਇੱਕ ਪੱਗ ਦਾ ਜਿਹੜਾ ਥੋੜੀ ਜਿਹੀ ਲੀਰ ਕੱਟ ਕੇ ਆਪਣੀ ਦਾ, ਤੇ ਸੱਚ ਸੰਘਾਸਣ। ਕਈ ਭੈਣ ਭਰਾ ਪਾਵਾ ਚੂਲ ਵਾਲੇ ਨੂੰ ਝੂਠਾ ਤੇ ਝੂਠਾ ਕਹੀ ਜਾਂਦੇ, ਇਹ ਵੀ ਨਿੰਦਿਆ ਜੀ, ਨਾ ਕਰਿਆ ਕਰੋ ਇਹ ਨਹੀਂ ਭਜਨ। ਮਹਾਰਾਜ ਨੇ ਕਿਹਾ ਉੱਥੇ ਜਦੋਂ ਵਿਹਾਰ ਚੱਲਿਆ ਦੇਖੋ ਕਿ ਸੱਚ ਸੰਘਾਸਣ ਦੇ ਥੱਲੇ ਨਾਜਰ ਸਿੰਘ ਜਿਹੜੇ ਡਰਾਈਵਰ ਸਾਹਿਬ ਸੀ ਉਹਨਾਂ ਬਾਰੇ ਕਿ ਪਾੜ ਕੇ ਜਿਹੜੀ ਲੀਰ ਆ ਨਾ ਪੱਗ ਦੀ, ਥੋੜਾ ਜਿਹਾ ਕੱਪੜਾ ਇਹਨੂੰ ਪਾੜ ਕੇ ਸੱਚ ਸੰਘਾਸਣ ਦੇ ਥੱਲੇ ਵਾੜ ਦੇ। ਮੋਤਾ ਸਿੰਘ ਦੀ ਪੱਗ ਦਾ ਜਿਹੜਾ ਕੱਪੜਾ ਵਾੜ ਕੇ ਇਸ ਲੀਰ ਦੇ ਬਦਲੇ ਇਹ ਜਿਹੜੀ ਸਿੱਖੀ ਸੇਵਕੀ ਸੰਤ ਦਾ ਜਿਹੜੇ ਭਗਤਾਂ ਦਾ ਜਗਤ ਗਰੀਬੀ ਕੱਟੀ ਜਾਵੇ ਤੇ ਇਹਨਾਂ ਦਾ ਰੋਟੀ ਟੁਕੜਾ ਖਾਣ ਦਾ ਚਾਰ ਯੁੱਗ ਦਾ ਚੱਲਦਾ ਰਹੇ ਵਿਹਾਰ। 22 ਨੰਬਰ ਗ੍ਰੰਥ 'ਚ ਲਿਖਦੇ ਆ ਤੇ ਉੱਥੇ ਵੀ ਖੜਾ ਕਰ ਲਿਆ ਸੀ ਸਾਹਿਬਜ਼ਾਦੇ ਨੂੰ ਕਿ ਉੱਠ ਮੋਤਾ ਸਿੰਘ ਅੱਜ ਗਰੀਬੀ ਤੈਨੂੰ ਦੇਣੀ ਸਾਰੀ ਸੰਗਤ ਦੀ। ਉਹਨਾਂ ਆਖਿਆ ਜੀ ਲਓ, ਤੇ ਝੋਲੀ ਦੇ ਵਿੱਚ ਪਵਾਈ। ਮਿਹਣਾ ਕੋਈ ਨਹੀਂ ਗਾ ਗਰੀਬੀ ਦਿੱਤੀ ਦਾ, ਔਰ ਬੜੀ ਖੁਸ਼ੀ ਆ। ਇਹੋ ਜਿਹੇ ਸਮਰੱਥ ਪੁਰਖ ਵਾਰ-ਵਾਰ ਨਹੀਂ ਜਾਂਦੇ। ਇਹੋ ਜਿਹੇ ਜਦੋਂ ਸਮਰੱਥ ਪੁਰਖ ਪਾਤਸ਼ਾਹ ਕਹਿ ਰਹੇ ਕਿ ਸਮਰੱਥ ਪੁਰਖ ਆ, ਦਾਤਾਂ ਦੇਣ ਵਾਲਾ, ਮਹਾਰਾਜ ਦੀ ਬਚਨ ਥੋੜਾ ਝੂਠੇ ਹੈ। ਮਹਾਰਾਜ ਦਾ ਤੇ ਜੋ ਬਚਨ ਹੈ ਉਹ ਟਾਲਿਆ ਸੱਤ ਆ, ਜੁਗਾਂ ਪ੍ਰਮਾਣ ਤੇ ਰਹਿਣ ਵਾਲਾ ਹੈ, ਸਾਰਾ ਜੁਗਾਂ ਤੇ ਰਹਿਣ ਵਾਲੇ ਬਚਨ। ਔਰ ਇਹ ਜੋ ਲਿਖਤੀ ਆਪਾਂ ਬਚਨ ਕਰ ਰਹੇ ਕਿਉਂਕਿ ਇਹਦੇ ਵਿੱਚ ਹੁਣ ਸਹਿੰਸਾ ਕੋਈ ਨਹੀਂ ਰਹਿ ਜਾਂਦਾ। ਜੇ ਆਪਾਂ ਉਦਾਂ ਹੀ ਜ਼ਬਾਨੀ ਬਚਨ ਕਰੀ ਜਾਈਏ ਤੇ ਸ਼ਾਇਦ ਕਿਸੇ ਦੇ ਮਨ ਦੇ ਵਿੱਚ ਆ ਜਾਂਦਾ ਇਹ ਆਪੋ ਆਪਣਿਆਂ ਨੂੰ ਗਾਉਣ ਤੇ ਲੱਗੇ ਹੋਏ ਆ, ਵਡਿਆਈ ਕਰਨ ਤੇ ਲੱਗੇ। ਪਰ ਇਹ ਬਚਨ ਅੱਜ ਨਾਲ ਹੀ ਸੰਬੰਧਿਤ ਹੈ, ਦਿਨ ਮਹਾਰਾਜ ਦੇ ਅਵਤਾਰ ਸਿੰਘ ਜੀ ਨਾਲ ਦੇ ਵਿਹਾਰ ਨਾਲ ਸੰਬੰਧਿਤ ਹੀ, ਤਾਂ ਹੀ ਇਹ ਆਪਾਂ ਸਾਰੇ ਉਹ ਬਚਨ ਸੰਬੰਧਿਤ ਲੈ ਰਹੇ ਸਾਰੇ। ਹੋ ਸਕਦਾ ਕਿ ਬਚਨ ਸਿੱਖੀ ਸੇਵਕੀ ਨੂੰ ਅੱਜ ਕੋਈ ਨਾਮ ਦੱਸਦਾ ਹੋਵੇ ਕਿ ਇਹੋ ਜਿਹੇ ਵੀ ਵਿਹਾਰ ਹੋਏ ਆ। ਤੇ ਅੱਗੇ ਆਪਾਂ ਪੜ੍ਹਦੇ ਹਾਂ। ਸਿੱਖਾਂ ਤੋਂ ਵਾਰ ਦਿੱਤਾ ਹੈ, ਬਾਬੇ ਹੋਰਾਂ ਦਾ ਸੰਗਤ ਨੂੰ ਪਤਾ ਹੈ ਤੇ ਦੂਜਿਆਂ ਸਾਹਿਬਜ਼ਾਦਿਆਂ ਦਾ ਨਹੀਂ। ਇੱਥੇ ਸਾਹਿਬਜ਼ਾਦੇ ਵਾਰ-ਵਾਰ ਬਚਨ ਲਿਖਿਆ ਹੋਣਾ। 10 ਨੰਬਰ ਗ੍ਰੰਥ ਦੇ ਵਿੱਚ ਲਿਖਦੇ ਆ ਕਿ ਮਹਾਰਾਜ ਕਹਿੰਦੇ ਮੇਰਾ ਸਾਹਿਬਜ਼ਾਦਾ ਸ਼ਬਦ ਸੋਤਿਆ ਆਦਿ ਜੁਗਾ ਜਗਤ ਰਹਿਣ ਵਾਲਾ। ਉਹ ਵੀ ਲਿਖਤ ਸਾਰੀ ਪੜ੍ਹੀ। ਕਈ ਇੱਥੇ ਭੈਣ ਭਰਾ ਕਹਿੰਦੇ ਉਹਦਾ ਕੋਈ ਧੀ ਨਹੀਂ, ਪੁੱਤ ਨਹੀਂ, ਕੋਈ ਉਹਦਾ ਬੱਚਾ ਨਹੀਂ ਗਾ, ਔਰ ਕੋਈ ਉਹਦਾ ਜਵਾਈ ਨਹੀਂ ਗਾ, ਉਹ ਨਾ ਕੋਈ ਉਹਦਾ ਮਾਂ ਪਿਓ ਆ। ਜਿੱਥੇ ਉਹ ਅਵਸਥਾ ਦੇ ਵਿੱਚ ਬਚਨ ਕਰਦਾ ਉੱਥੇ ਇੱਕ ਇਕੱਲਾ ਜੋਤ ਨਿਰੰਜਨ, ਇੱਕ ਇਕੱਲੀ, ਨਾ ਕੋਈ ਮਾਤ, ਨਾ ਕੋਈ ਪਿੱਤ, ਨਾ ਕੋਈ ਭੈਣ, ਨਾ ਕੋਈ ਭਰਾ, ਨਾ ਕੋਈ ਬਾਪ, ਨਾ ਕੋਈ ਅੰਮੀ, ਕਿਸੇ ਦੀ ਵੀ ਹੋਂਦ ਕੋਈ ਨਹੀਂ। ਇੱਕ ਇਕੱਲਾ ਜਦੋਂ ਸੱਚਖੰਡ ਤੇ ਰਚਨਾ ਤੋਂ ਪਹਿਲਾਂ। ਪਰ ਜਦੋਂ ਉਹਨੇ ਖੇਲ ਖੇਲੀ ਤੇ ਫਿਰ ਮਹਾਰਾਜ ਖੁਦ ਕਹਿ ਰਹੇ ਸਾਹਿਬਜ਼ਾਦੇ ਕੀ ਲਿਖਿਆ ਰਿਹਾ। ਦੂਜਿਆਂ ਸਾਹਿਬਜ਼ਾਦਿਆਂ ਦਾ ਨਹੀਂ ਪਤਾ ਕਿ ਇਹਨਾਂ ਦੀ ਪਿੱਠ ਤੇ ਕਿਹਦਾ ਹੱਥ ਆ। 5 ਸਾਹਿਬਜ਼ਾਦੇ ਬਾਰੇ ਅੱਗੇ ਬਚਨ ਆਉਣ ਲੱਗਾ। ਮਹਾਰਾਜ ਜੀ ਖੁਦ ਬੋਲ ਰਹੇ ਕਿ ਸਾਡੇ ਸਾਹਿਬਜ਼ਾਦੇ 5 ਜਿਹੜੇ। ਸਮਝਣ ਦੀ ਲੋੜ ਹੈ ਕਿ ਸਾਹਿਬਜ਼ਾਦਾ ਸੁੱਤ ਜਿਹੜਾ ਆਖਿਆ ਉਹ ਇੱਕ ਇਕੱਲਾ ਕਿਉਂ ਕਿਹਾ। ਇੱਥੇ 5 ਸਾਹਿਬਜ਼ਾਦੇ ਕਹੇ ਤੇ 5 ਦੇ ਵਿੱਚ ਇੱਕ ਜੋਤ ਆ। ਅੱਗੇ ਬਚਨ ਸਾਂਝੇ ਕਰਦੇ ਜਿਹੜਾ ਸੁਣਿਆ, ਇਹਨਾਂ ਦੀ ਪਿੱਠ ਤੇ ਕਿਹਦਾ ਹੱਥ ਆ, ਕਿ ਸਾਹਿਬਜ਼ਾਦੇ ਦੀ ਪਿੱਠ ਤੇ ਕਿਹਦਾ ਹੱਥ ਆ ਪਿੱਛੇ। ਜਿਹੜੀ ਅੰਬਲੀਆ ਕਾਰ ਭੁਗਤੀ ਆ ਲਿਖਤਾਂ ਵਿੱਚ ਆਜੂ ਕਿ ਭਗਵਾਨ ਨੇ ਸਿੱਖੀ ਦਾ ਧਰਮ ਰੱਖਿਆ ਤੇ ਕਾਰਜ ਸਵਾਰਿਆ ਸੀ। ਇਹ ਬੜੇ ਸਮਝਣ ਵਾਲੇ ਸਾਡੇ ਬਚਨ ਆ।
पिछला इतिहास पढ़ते जी तो फिर सारा पता लगता भी कितना सिक्खी का धर्म रखा जाता है। भगवान दे भगवान ने भगवान इतने महाराज कह रहे अपने आप को महाराज शेर सिंह विष्णु भगवान के अभी भगवान है सारे दे। ते बाबे मोता सिंह उन्हों का नाम ही दूजा सी भगवान सिंह लिखत दे विच आउंदा। ते महाराज कह रहे कि मैं भगवान ते मेरा गां है भगवान मेरा बच्चा ते भगवान दा भगवान है गां। मैं भगवान ते मेरा गां बच्चा है भगवान ते भगवान दे भगवान ने सिक्खी सिक्खी आपां सारी सिक्खी सेवकी नाल कह सिक्खी दा धर्म रखिया है जिहड़ी अज भेदा लई खून दी कि सिक्खी दा धर्म रखिया ते कारज सवारिया सी। ये आजूगा लिखतां विच आजूगा कि लिखतां चाहुंदा है। एक नंबर ग्रंथ दे विच आउंदा कि मोता खून जग वरखा लावे। एक नंबर ग्रंथ दे विच आउंदा हिंदू मुस्लिम दा जिहड़ा युद्ध कराया मोता सिंह ने खेल रचाया सारी लिखत चलदी। एक नंबर ग्रंथ दे विच लिखत आउंदी है सारी और खून मोता खून जग वरखा लाए खून करके लिखत चलदी और जो उसरू बजना जी आ रहा इत्थे लिखा आ रहा सिक्खी दा धर्म रखिया ते कारज सवारिया सी कि लिखतां चाहूगा आउण वाले समय जगह। रामचंद ने भी जदों अपना नां जपाया सी कितना कष्ट झल्लिया सी। 14 साल बनवास भी कटिया और लड़ाइयां भी लड़ियां और कितना कष्ट झल्लिया। जदों फिर वापस आए अयोध्या दे विच एक धोबी ने बोल मारिया ते फिर सीता दा त्याग कर दिता। कष्ट ही झल्ले मर्यादा पुरुषोत्तम सी। इसे करके महाराज कहते कि जो पिछे खेल खेलिया सी वो नहीं खेलना। असीं मर्यादा पुरुषोत्तम हो के बड़े कष्ट झल्ले रामचंद्र जी दे वेले। महाराज कहते हुण कृष्ण महाराज जामा पलट के आ गया। राम जी का जामा कृष्ण महाराज का पलट के आ गया। महाराज कहते हुण मर्यादा नहीं हुण लीला करांगे क्योंकि मर्यादा जदों रखी सी बड़े कष्ट चले सी। हुण असीं लीला पुरुषोत्तम हो गए। हुण असीं लीला करांगे और कृष्ण भगवान जी लीला करते रहे। लिखिया हुंदा कि लीला की ते कृष्ण दे वेले भी कुल दा नाश हो गया सी। कृष्ण दे वेले भी कुल दा नाश हो गया सी। जिहड़ी अपना धृतराष्ट्र दे जिहड़ी अन्ने दे कर्म सी उन्हें श्राप दे दिता भी जे मेरे पुੱਤ तू मरवाते ते तेरी भी जिहड़ी अंश नहीं अगे होगी तुम ही अंश तो बिना ही जावेगी ते उन्होंने फिर भगतां दे भी मान रखने पैंदे नहीं तो कृष्ण लिखिया कृष्ण महाराज जी बारे कि वो भी लिखतां पढ़ियां कि जिथे कान की साडे वीर अज गल करते हैं। एक जोत आ मैं बेनती अगे की सी अनेक स्वरूपों के खेल खेल रही है। आपे राम जी बन रहे आपे कृष्ण महाराज बन रहे आपे बावन बन रहे आपे खेल खेल रहे सारा और आपे महाराज शेर सिंह विष्णु भगवान हो गए सारे दे माल कर रहे। एक जोत आ लिखत जाता 4 नंबर ग्रंथ ज्योति जो स्वरूप हर पहला अवतार लिया संत सनंदन सनातन संत कुमार फिर 23 अवतार ले ज्योति जो स्वरूप हर सर्वात्मा दे परमात्मा बड़े गोज आ महाराज ना जिहड़े खोल के दसे लिखतां दे विच सारे स्वरूपां च आप भी विचरदे ने महाराज। कृष्ण दे वेले भी कुल दा नाश हो गया सी। ਜਿਹੜੀਆਂ ਸੰਗਤਾਂ ਚਲੀਆਂ ਗਈਆਂ ਨੇ ਆਉਣ ਤੇ ਸਿੱਖੋ ਸੰਗਤ ਨੂੰ ਦੱਸ ਦਿਆ ਕਰੋ ਕਿ ਸੱਚੇ ਪਾਤਸ਼ਾਹ ਦੇ ਸਹਿਬਜ਼ਾਦੇ ਇੱਥੇ ਇਹ ਸਹਿਬਜ਼ਾਦੇ ਸ਼ਬਦ ਵਰਤਿਆ ਮਹਾਰਾਜ ਨੇ ਆਪਣੇ ਬੱਚਿਆਂ ਨੂੰ ਸੱਚੇ ਪਾਤਸ਼ਾਹ ਦੇ ਸਹਿਬਜ਼ਾਦੇ ਕਿਸ ਤਰ੍ਹਾਂ ਸਿੱਖੀ ਤੋਂ ਨਿਸ਼ਾਵਰ ਹੋਏ ਨੇ। ਅਸੀਂ ਅਮਲੀਆ ਤੁਹਾਡਾ ਮਾਣ ਕਰਾਂਗੇ ਤੇ ਤੁਸੀਂ ਸਾਡੇ ਸਹਿਬਜ਼ਾਦਿਆਂ ਦਾ ਕਰੋਗੇ। ਇਹ ਵਚਨ ਤੇ ਆਪਾਂ ਥੋੜੀ ਵਿਚਾਰ ਕਰਨੀ ਆ ਬਹੁਤ ਜ਼ਰੂਰਤ ਹੈ। ਮਹਾਰਾਜ ਜੀ ਕੀ ਕਹਿ ਰਹੇ ਜੋਸੂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਸੀਂ ਅਮਲੀਆ ਤੁਹਾਡਾ ਮਾਣ ਕਰਾਂਗੇ ਤੇ ਤੁਸੀਂ ਸਾਡੇ ਸਹਿਬਜ਼ਾਦਿਆਂ ਦਾ ਕਰੋਗੇ। ਲੱਗ ਰਹੀ ਕੋ ਸਮਝ ਕਿ ਅਸੀਂ ਅਮਲੀਆ ਤੁਹਾਡਾ ਮਾਣ ਕਰਾਂਗੇ ਤੇ ਤੁਸੀਂ ਸਾਡੇ ਸਹਿਬਜ਼ਾਦਿਆਂ ਦਾ ਮਾਣ ਕਰੋ। ਕਿੱਥੇ ਗਿਆ ਭਜਨ ਕਿਸ ਕਿੱਡਾ ਵੱਡਾ ਮਹਾਰਾਜ ਨੇ ਭਜਨ ਕੀਤਾ ਵੀ ਅਸੀਂ ਤੁਹਾਡਾ ਮਾਣ ਕਰਾਂਗੇ ਤੁਸੀਂ ਸਾਡੇ ਸਾਹਿਬਜ਼ਾਦਿਆਂ ਦਾ ਮਾਣ ਕਰੋ। ਤੇ ਕਈ ਭੈਣ ਭਰਾ ਮੈਂ ਅੱਜ ਜਦੋਂ ਸੁਣਦਾ ਕਥਾ ਕਹਾਣੀਆਂ ਕਿਉਂਕਿ ਆਪਾਂ ਜਦੋਂ ਪਾਤਸ਼ਾਹ ਦੇ ਚਰਨਾਂ 'ਚ ਹੁੰਦੇ ਸਾਨੂੰ ਕੇਵਲ ਨਿਸਵਾਰਥ ਹੋ ਗਏ
और द्वैश की भावना छड्ड के केवल सत्संग करना चाहिए। किसी प्रति निंदिया, खरबा बचन, कूड़ कूड़ किसी बारे बोलना, निंदिया करके वड्डे होना सब तो बेमुखता का काम है। अक्सर साडे जिहड़े कुछ बुलारे जदों बोलते हैं, करनी तो गल रब दी हुंदी, वो मुड़ के फिर परिवारां दे उत्ते लैके बह जांदे। और उन्हें नहीं हुक्म मन्निया, इन्हें नहीं मन्निया, उन्हें नहीं ऐ, और निंदा चालू कर देंगे। पातशाह कहते तुसीं मान करो साडे साहिबजादे दा, असीं तुहाडा करदे। ते जिहड़े साहिबजादे नूं माड़े वचन बोलते हैं, जिहड़े साहिबजादे दी निंदा करते हैं जां फिक्का वचन बोलते उन्हां बारे, उन्हां नूं किन्ना क जस ते मान ते वडियाई ते किन्ना क पातशाह प्यार करनगे उन्हां नूं। इहो जिहे सिखां किन्ना क चंगियां चाहणगे जिहड़े साहिबजादे नूं अज माड़ा बोलण दी जुरत करदे आ। ते महाराज किन्नी क वडियाई देणगे जां किड्डी क उन्हां दी जिहड़ा प्रेम प्रीति उन्हां नूं रखणगे उन्हां नूं। इत्थे महाराज ने स्पष्ट कहा कि जे असीं तुहानूं प्यार करदे हां ते अमरीआ तुसीं साडे बच्चिआं नूं प्यार करो। साहिबजादे पहिलों वचन कीता कि सारे साडे तुसीं धीआ पुੱਤ जी। ये भी कहा महाराज ने भी जिन्नी संगत आ तुसीं सारे साडे धीआं जे, बीबियां नूं कहा धीआं, जिहड़े गुरसिख वीर आ भी तुसीं पुੱਤ जी, असीं तुहाडे मूँह चूमीए, ध्यानों असीं उत्ते थल्ले पाईए ते साडे नाल लम्मे। और फिर किहड़ी गल है, सानूं काहदा कलंक है उहदे विच, गुरु नूं काहदा कलंक है। इत्थे हुण विशेष करके सिੱਖੀ दे विचों क्यों वार वार बाबे अमली नूं कह रहे, क्योंकि इन्हां नूं मोढी मन्निया सिੱਖੀ दा। क्या कि चेत सिंह दा वड प्रताप ते फिर मोढी नूं फड़ी दा भी तूं आ जा, तुसीं आओ, जिहड़े मोढी जिन्हां वेखिया सब कुछ, जिन्हां ने दातां लईआं, तुसीं आओ, ध्यान नूं संबोधन कर रहे ते तुसीं आह काम करिओ। निंदिया सब तो माड़ी है। ਜਦੋਂ ਆਪਾਂ ਇੱਥੇ ਖੜਦੇ ਆਂ, ਇੱਥੇ ਆਪਣੀ ਡਿਊਟੀ ਆ, ਉੱਥੇ ਸੇਵਾ ਕਰਦੇ ਆਂ, ਇੱਥੇ ਕਰਦੇ ਆਂ, ਇੱਥੇ ਬੈਠੇ ਸੁਣਦੇ ਆਂ। ਸਾਨੂੰ ਨਿੰਦਿਆ ਕਰਨ ਦੀ ਕਿਸੇ ਦੀ ਕੋਈ ਲੋੜ ਨਹੀਂ ਗੀ ਮਹਾਰਾਜ ਦੀ ਹਜ਼ੂਰੀ 'ਚ, ਔਰ ਨਾ ਹੀ ਕੋਈ ਨਿੰਦਿਆ ਕਰਨ ਵਾਲਾ ਵੱਡਾ ਹੁੰਦਾ। ਆਪਾਂ ਉਹਦਾ ਜਸ ਪਰਮੇਸ਼ਰ ਦਾ, ਉਹਦਾ ਰਸ ਲੈਣਾ, ਉਹਦੇ ਪਿਆਰ ਦਾ, ਉਹਦੇ ਚਰਨਾਂ ਦੀ ਪ੍ਰੀਤੀ ਲੈਣੀ ਆ, ਗੁਣਗਾਨ ਕਰਨਾ ਪ੍ਰੇਮ ਪਿਆਰ ਨਾਲ। ਸਾਹਿਬਜ਼ਾਦੇ ਕਿਸ ਤਰ੍ਹਾਂ ਸਿੱਖੀ ਤੋਂ ਨਿਸ਼ਾਵਰ ਹੋਏ ਨੇ। ਅਸੀਂ ਅਮਲੀਆ ਤੁਹਾਡਾ ਮਾਣ ਕਰਾਂਗੇ ਤੇ ਤੁਸੀਂ ਸਾਡੇ ਸਾਹਿਬਜ਼ਾਦਿਆਂ ਦਾ ਕਰੋਗੇ। ਨੈਣੋ ਦੁੱਖ ਕਾਹਦਾ ਏ, ਮਾਤਾ ਨੈਣੋ ਨੇ ਬੇਨਤੀ ਕਰਦੀ ਕਿ ਸੱਚੇ ਪਾਤਸ਼ਾਹ ਦੁੱਖਿਆ ਪਰੇਸ਼ਾਨੀ। ਫਿਰ ਮਹਾਰਾਜ ਵੇਖੇ ਹੁਣ ਬਚਨ ਅੱਗੋਂ ਕੀ ਕਰਦੇ। ਨੈਣੋ ਦੁੱਖ ਕਾਹਦਾ ਏ, ਜਿਹੜਾ ਬਾਗ ਦਾ ਮਾਲੀ ਹੋਵੇ ਉਹਨੂੰ ਹਮੇਸ਼ਾ ਵਾਸਤੇ ਉੱਥੋਂ ਕੰਢੇ ਵੱਜਦੇ ਨੇ। ਮਾਤਾ ਨੈਣੋ ਨੂੰ ਕਹਿ ਰਹੇ ਨੇ ਮਹਾਰਾਜ ਜੀ ਕਿ नैनो दुख काहदा है, ध्यान किस चीज का दुख है। और बाबे मोटा से उन्होंने उस वे तकलीफ सी क्योंकि पैर सारा फटा ते दुख काहदा है। पातशाह के वचन करते कि तुसीं बाग दे इस दे माली जे, इस बाग दे माली जे तुसीं, ते जेड़ा बाग दा माली होवे उन्होंने हमेशा वास्ते उथों कंढे वजदे ने, माली नूं कंढे वजदे आ बाग दे। ते दुख तुहानूं काहदा ਜਿਹੜਾ ਬਾਗ ਦਾ ਮਾਲੀ ਉਹਨੂੰ ਹਮੇਸ਼ਾ ਵਾਸਤੇ ਤੋਂ ਕੰਢੇ ਵੱਜਦੇ ਨੇ। ਇਹ ਸਾਨੂੰ ਪਤਾ ਹੈ ਸਾਡਾ ਵੱਡਾ ਪ੍ਰਤਾਪ ਹੋ ਜਾਣਾ ਹੈ ਕਿ ਇਸ ਵਿਹਾਰ ਦੇ ਨਾਲ ਮਹਾਰਾਜ ਕਹਿੰਦੇ ਸਾਨੂੰ ਪਤਾ ਸਾਡਾ ਬਹੁਤ ਵੱਡਾ ਪ੍ਰਤਾਪ ਹੋ ਜਾਣਾ। ਹੁਣ ਅੱਗੇ ਬਾਬੇ ਦਲੀਪ ਸਿੰਘ ਹੁਣਾਂ ਬਾਰੇ ਵਚਨ ਕਰਨ ਲੱਗੇ ਆ। ਦੀਪਾ ਕਹਿੰਦੇ ਸੀ ਪਿਆਰ ਨਾਲ, ਦੀਪਾ ਨਿੱਕਾ ਜਿਹਾ ਬਾਰ ਵਿੱਚ ਸੰਗਤਾਂ ਕੋਲ ਜਾਂਦਾ ਰਿਹਾ ਤੇ ਵੱਡੀਆਂ ਸੰਗਤਾਂ ਅਸਾਂ ਬਾਰ ਵਾਲੀਆਂ ਗਿਣੀਆਂ ਨੇ। ਬਾਰ ਵਾਲੀਆਂ ਸੰਗਤਾਂ ਭਾਈਏ ਪਾਲ ਸਿੰਘ ਹੁਣੀ, ਮਹਾਰਾਜ ਪੂਰਨ ਸਿੰਘ ਜੀ ਦੇ ਪਿਤਾ ਜੀ, ਉਹੀ ਬਾਰ ਚੋਂ ਚਰਨੀ ਲੱਗੇ ਸੀ, ਪਹਿਲਾਂ ਉਹ ਹੀ ਆਏ। ਔਰ ਉਹਨਾਂ ਬਾਰੇ ਕਿ ਬਾਰ ਦੇ ਵਿੱਚ 27 ਚੱਕ ਲੈਲਪੁਰ ਬਾਰ ਦੇ ਵਿੱਚ ਬਾਬੇ ਦਲੀਪ ਸਿੰਘ ਹੁਣਾਂ ਬਾਰੇ ਵੀ ਇਹ ਨਿਗਾਹ ਜਿਹਾ ਹੀ ਤੇ ਇਹਨੂੰ ਇਹ ਉੱਥੇ ਜਾਂਦਾ ਰਿਹਾ, ਇਹਨੂੰ ਭੇਜ ਦੇਣੇ ਆ। ਇਸੇ ਕਰਕੇ ਹੀ ਬਾਰ ਵਾਲੀ ਸੰਗਤ ਨੂੰ ਵੱਡੀ ਸੰਗਤ ਗਿਣਿਆ, ਵਡਿਆਈ ਦਿੱਤੀ ਜਾਵੇ। ਦੀਪਾ ਨਿੱਕਾ ਜਿਹਾ ਬਾਰ ਵਿੱਚ ਸੰਗਤਾਂ ਕੋਲ ਜਾਂਦਾ ਰਿਹਾ ਤੇ ਵੱਡੀਆਂ ਸੰਗਤਾਂ ਅਸਾਂ ਬਾਰ ਵਾਲੀਆਂ ਗਿਣੀਆਂ ਨੇ। ਤੇ ਉੱਥੇ ਜਿਹੜੀ ਕਾਰ ਕਰਾਉਂਦੇ ਰਹੇ ਆ ਦੀਪੇ ਦੇ ਹੱਥੀਂ ਕਰਾਉਂਦੇ ਰਹੇ ਆ ਕਿ ਬਾਰ ਵਿੱਚ ਜਿਹੜਾ ਵੀ ਵਿਹਾਰ ਕਰਾਉਣੇ ਸਾਂ ਉਹ ਅਸੀਂ ਦੀਪੇ ਦੇ ਹੱਥੀਂ ਕਰਾਉਣੇ ਸਾਂ। ਬਾਰ ਚ ਇਹਨੂੰ ਘੱਲ ਦਿੰਦੇ ਹਾਂ ਵੀ ਤੂੰ ਕਰਕੇ
ਦੀਪੇ ਦੇ ਹੱਥੀਂ ਕਰਾਉਂਦੇ ਰਹੇ ਆ। ਆਪਾਂ ਨੂੰ ਪਤਾ ਬਾਬੇ ਦਲੀਪ ਸਿੰਘ ਉਹਨਾਂ ਦਾ ਜਿਹੜਾ ਪਿਛਲਾ ਜਮਾ ਸੀ ਉਹ ਪ੍ਰਹਲਾਦ ਭਗਤ ਦਾ ਸੀ, ਔਰ ਇਹਨਾਂ ਦੇ ਬਦਲੇ ਨਰ ਸਿੰਘ ਅਵਤਾਰ ਜਿਹੜਾ ਪਰਮਾਤਮਾ ਨੂੰ ਧਾਰਨ ਕਰਨਾ ਪਿਆ, ਔਰ ਇਹਨਾਂ ਨੂੰ ਫਿਰ ਰਾਜ ਤੇ ਬਿਠਾਇਆ, ਇਹਨਾਂ ਦੇ ਬਾਪ ਨੂੰ ਹਰਨਾਕਸ਼ ਨੂੰ ਮਾਰ ਕੇ। ਔਰ ਇਹਨਾਂ ਦੀ ਗਾਂ ਬੰਸ ਦੇ ਵਿੱਚੋਂ ਰਾਜਾ ਬਲ ਹੋਇਆ, ਜਿਹਦਾ ਲੇਖ ਚੱਲਦਾ ਸੀ ਗੁਰਦਿਆਲ ਸਿੰਘ ਦਾ। ਆਪਣੇ ਪੜ੍ਹਦੇ ਆਪਾਂ ਲਿਖਤਾਂ ਦੇ ਵਿੱਚ ਕਿ ਗੁਰਦਿਆਲ ਸਿੰਘ ਦਾ ਪਿਛਲਾ ਲੇਖ ਸੀ ਰਾਜੇ ਬਲ ਦਾ, ਔਰ ਇਹਨਾਂ ਦੇ ਵਿੱਚੋਂ ਵੀ ਗਾਂ ਇਹਨਾਂ ਦੀ ਕੋਲ ਚੋਂ ਹੀ ਇਹ ਹੋਏ ਰਾਜਾ ਬਲ ਹੋਇਆ, ਔਰ ਭਗਤਾਂ ਦੇ ਭਗਤ ਹੋਏ, ਪ੍ਰਹਲਾਦ ਭਗਤ ਹੋਏ, ਫਿਰ ਰਾਜਾ ਬਲ ਵੀ ਭਗਤ ਹੋਇਆ। ਔਰ ਰਾਜੇ ਬਲ ਕਰਕੇ ਵੀ 52 ਅਵਤਾਰ ਆਉਣਾ ਪਿਆ, ਤੇ ਫਿਰ ਉਹਦੇ ਤੋਂ ਛਲ ਨਾਲ ਛਲ ਕਰਕੇ, ਛਲ ਹੁੰਦਾ ਜਿਹੜਾ ਛਲਿਆ ਨਹੀਂ ਜਾਂਦਾ, ਜਿਹਨੂੰ ਕੋਈ ਛਲ ਨਹੀਂ ਸਕਦਾ, ਪਰਮੇਸ਼ਰ ਨੂੰ ਕੋਈ ਨਹੀਂ ਛਲਦਾ। ਔਰ ਉਹਨਾਂ ਛਲ ਕੀਤਾ, ਔਰ 52 ਅਵਤਾਰ ਦਾ ਰੂਪ ਧਾਰਨ ਕਰਕੇ, ਛੋਟਾ ਜਿਹਾ ਰੂਪ ਧਾਰਨ ਕਰਕੇ, ਛਲ ਕਰਕੇ 2.5 ਕਰਮਾਂ ਧਰਤੀ ਮੰਗ ਕੇ ਤੇ ਰਾਜੇ ਬਲ ਦਾ ਸਾਰਾ ਰਾਜ ਪਾਠ ਛਲ ਨਾਲ ਕਰ ਲਿਆ। ਚਲੋ ਆਪ ਤੁਸੀਂ ਪੜ੍ਹਦੇ ਜੇ ਸਾਰੀਆਂ ਲਿਖਤਾਂ। ਸੋ ਇਹ ਪਿਛਲਾ ਜਾਮਾ ਵੀ ਪ੍ਰਹਲਾਦ ਭਗਤ ਦਾ ਸੀ। ਇਹਨਾਂ ਦਾ ਦੀਪੇ ਦੇ ਹੱਥੀਂ ਕਰਾਉਂਦੇ ਰਹੇ ਹਾਂ, ਅਸੀਂ ਮਾਣ ਦੇਣ ਵਾਲੇ ਹਾਂ। ਮਾਣ ਅੱਗੇ ਵੀ ਮਹਾਰਾਜ ਨੇ ਬਚਨ ਕੀਤਾ ਕਿ ਅਸੀਂ ਹੀ ਤੁਹਾਨੂੰ ਅਮਲੀਆ ਮਾਣ ਦੇ ਰਹੇ ਹਾਂ, ਅਸੀਂ ਹੀ ਸਾਰਿਆਂ ਨੂੰ ਮਾਣ ਦੇਣ ਵਾਲੇ ਜੀ। ਸਾਰਿਆਂ ਨੂੰ ਅਸੀਂ ਮਾਣ ਦੇਣ ਵਾਲੇ ਹਾਂ ਸਾਰਿਆਂ ਨੂੰ। ਪ੍ਰਸ਼ਾਦ ਲਿਆਓ ਅਮਲੀਆ, ਪਲੰਗ ਤੇ ਅਮਲੀਆ, ਮੋਤਾ ਸਿੰਘ ਵਾਲਾ ਵੇਲਾ ਤੁਹਾਨੂੰ ਭੁੱਲਣ ਵਾਲਾ ਨਹੀਂ ਜੀ। ਵੇਖਿਓ ਕਿਤੇ ਭੁੱਲ ਨਾ ਜਾਇਓ ਜੀ। ਅੰਬਲੀਆ ਵੇਖੋ, ਇਹ ਤਾਂ ਸ਼ਹੀਦੀ ਨਹੀਂ ਕੋਈ ਵੱਡੀ। 5ਵੀਂ ਪਾਤਸ਼ਾਹੀ ਵੇਲੇ ਕਿੰਨੀਆਂ ਸ਼ਹੀਦੀਆਂ ਪਾਈਆਂ। ਹੁਣ ਦੱਸ ਰਹੇ ਕਿ 5ਵੀਂ ਪਾਤਸ਼ਾਹੀ ਵੇਲੇ ਕਿੰਨੀ ਸ਼ਹੀਦੀ ਪਾਈ ਸੀ। ਤੱਤੀਆਂ ਲੋਹਾਂ ਤੇ ਮੌਜਾਂ ਮਾਣੀਆਂ, ਉਹਨਾਂ ਵਾਸਤੇ ਮੌਜਾਂ ਸੀ। ਕਿੰਨਾ ਵਾਸਤੇ ਦੱਸ ਰਹੇ ਮਹਾਰਾਜ। ਅੰਬਲੀਆ ਲੋਹ ਤੇ ਬੈਠੇ ਸੀ, ਕਿੰਨਾ ਵਾਸਤੇ ਅੰਬਲੀਆ ਲੋਹ ਤੇ ਬੈਠੇ ਸੀ 5ਵੇਂ ਪਾਤਸ਼ਾਹ। ਗੁਰੂ ਸਿੱਖਾਂ ਬਦਲੇ ਕਾਰਾਂ ਕਰਦਾ ਜੀ। ਸਿੱਖਾਂ ਬਦਲੇ ਗੁਰੂ ਨੂੰ ਲੋਹ ਤੇ ਵੀ ਬਹਿਣਾ ਪਏਗਾ, ਲੋਹ ਤੇ ਵੀ ਸਿੱਖਾਂ ਬਦਲੇ ਗੁਰੂ ਨੂੰ ਬਹਿਣਾ ਪਏਗਾ। ਸਿਰਫ ਆਪਣੀ ਦੇਹ ਵੀ ਤਿਆਗ ਦਿੰਦਾ ਹੈ ਕਿ ਸਿੱਖਾਂ ਵਾਸਤੇ ਗੁਰੂ ਆਪਣੀ ਦੇਹ ਵੀ ਤਿਆਗ ਦਿੰਦਾ ਹੈ ਸਿੱਖੀ ਵਾਸਤੇ। ਅੰਬਲੀਆ ਲੋਕੀ ਕਲਯੁਗੀ ਗੁਰੂ ਲੱਭਦੇ ਆ। ਥੋੜੀ ਰਹਿ ਗਿਆ, ਪੌਣਾ ਕੁ ਪੇਜ ਰਹਿ ਗਿਆ। ਅੰਬਲੀਆ ਲੋਕੀ ਕਲਯੁਗੀ ਗੁਰੂ ਲੱਭਦੇ ਆ, ਅਸੀਂ ਸਤਜੁਗੀ ਗੁਰੂ ਹੋਏ। ਮਹਾਰਾਜ ਕਹਿੰਦੇ ਕਿ ਸਤਜੁਗੀ ਗੁਰੂ ਆ, ਲੋਕੀ ਕਲਯੁਗੀ ਝੂਠਿਆਂ ਗੁਰੂਆਂ ਨੂੰ ਲੱਭਦੇ ਫਿਰਦੇ ਹੀ ਸਤਜੁਗੀ। ਕਿਉਂਕਿ ਬਾਣੀ ਚ ਆਉਂਦਾ ਕਲਯੁਗ ਦੇ ਵਿੱਚ ਜਿਹੜੇ ਝੂਠੇ ਗੁਰੂ ਸਾਧ ਸੰਤ ਫਕੀਰ ਝੂਠੇ ਆਸਣ ਲਾ ਕੇ ਪਲੰਗ ਲਾ ਕੇ ਬੈਠੇ ਸੀ। ਜਦੋਂ ਅੱਗੇ ਲਿਖਤਾਂ ਆਈਆਂ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਸੀ ਹੈਗਾ, ਸਭ ਕਲਯੁਗੀ ਜੀਵ ਝੂਠੇ ਗੁਰੂ ਬਣੇ ਬੈਠੇ ਸੀ, ਇਹਨਾਂ ਦੁਨੀਆ ਨੂੰ ਭਰਮਾਇਆ ਹੋਇਆ। ਮਹਾਰਾਜ ਕਹਿੰਦੇ ਜਿਹਦੇ ਸੱਚੇ ਗੁਰੂ ਸਤਜੁਗੀ ਪ੍ਰਗਟ ਹੋਏ, ਗੁਰੂ ਹੋਏ, ਉਹਨਾਂ ਦਾ ਆਖਣਾ ਗੁਰੂ ਹੈ ਨਹੀਂ। ਸਿੱਖਾਂ ਨੂੰ ਬਚਨ ਦੱਸਦਿਆਂ ਲੋਕਾਂ ਨੂੰ ਦੱਸਦੇ ਵੀ ਨਹੀਂ। ਵਾਰ-ਵਾਰ ਬਚਨ ਕਰ ਰਹੇ ਕਿ ਅਸੀਂ ਸਿੱਖਾਂ ਨੂੰ ਇਹ ਬਚਨ ਦੱਸਦੇ, ਲੋਕਾਂ ਨੂੰ ਨਹੀਂ ਅਸੀਂ ਦੱਸਦੇ ਆਪਣੇ ਬਾਰੇ। ਨਾਲੇ ਪ੍ਰਸ਼ਾਦ ਵਰਤਾਓ, ਨਾਲੇ ਸ਼ਬਦ ਪੜੋ ਪ੍ਰੇਮ ਨਾਲ, ਜਿਹਦੇ ਨਾਲ ਅਸੀਂ ਵੀ ਚਲੇ ਜਾਈਏ। ਕਿੱਥੇ ਜਾਂਦੇ ਹਾਂ? ਸੱਚਖੰਡ ਵਿਹਾਰ ਕਰਦੇ ਸੀ ਆ ਕੇ। ਸੰਭਲ ਸਰੀਰ ਆਪਾਂ ਕਹਿੰਦੇ ਜਿਹੜਾ ਮਹਾਰਾਜ ਪੂਰਨ ਸਿੰਘ ਜੀ ਤੇ, ਔਰ ਉਹਨੂੰ ਬਣਾਉਣ ਵਾਲੇ ਆਪ ਹੀ ਸੀ ਮਹਾਰਾਜ ਸ਼ੇਰ ਸਿੰਘ ਜੀ। ਮਹਾਰਾਜ ਕਹਿੰਦੇ ਕਿਸੇ ਘੁਮਿਆਰ ਨੇ ਨਹੀਂ ਜਗਤ ਨੇ ਇਹਨੂੰ ਘੜਿਆ, ਕੋਈ ਵਾਢੀ ਕਿ ਜਗਤ ਦਾ ਕੋਈ ਵਾਢੀ ਹੋਵੇ, ਕੋਈ ਭਾਂਡਾ ਨਹੀਂ ਘੜਿਆ ਘੁਮਿਆਰ ਸੰਭਲ ਸਰੀਰ। ਮਹਾਰਾਜ ਕਹਿੰਦੇ ਇਹਨੂੰ ਨਿਰੰਕਾਰ ਮੈਂ ਆਪ ਹੀ ਘੜਿਆ। ਮਹਾਰਾਜ ਸ਼ੇਰ ਸਿੰਘ ਜੀ ਕਹਿੰਦੇ ਮੈਂ ਇਹਨੂੰ ਆਪ ਹੀ ਘੜਿਆ ਇਸ ਦੇਹ ਨੂੰ। ਔਰ ਗੋਬਿੰਦ ਸ਼ਬਦ ਧਾਰ ਮਹਾਰਾਜ ਪੂਰਨ ਸਿੰਘ ਜੀ ਅਕਾਲ ਪੁਰਖ ਦੇ ਸ਼ਬਦੀ ਸੋਧੇ। ਉਹ ਕਹਿੰਦੇ ਤੇਰਾ ਇਹ ਗ੍ਰਹਿ ਤੇਰਾ ਇਹ ਘਰ ਆ, ਜਿਹਨੂੰ ਮੁੜ ਕੇ ਮੈਂ ਆ ਕੇ ਆਪਣਾ ਸਰੀਰ ਬਣਾ ਲਿਆ, ਆਪਣੀ ਦੇਹ ਬਣਾ ਕੇ ਖੇਲ ਕਰਨ ਲੱਗਿਆ। ਭਾਗ ਲਾ ਦਿੱਤਾ ਤੇਰੀ ਦੇਹ ਨੂੰ, ਤੇਰੇ ਸਰੀਰ ਨੂੰ, ਤੇਰੇ ਧਨ ਮੰਦਰ ਨੂੰ। ਇਹ ਸਾਰਾ ਲਿਖਤਾਂ ਤੇ ਚੱਲਦਾ। ਔਰ ਉਸ ਦੇਹ ਦੇ ਵਿੱਚ ਆਉਂਦੇ ਸੀ, ਜਾਂਦੇ ਸੀ। ਮਹਾਰਾਜ ਕਹਿੰਦੇ ਅਸੀਂ ਅੰਬਲੀਆ ਤੁਹਾਡੇ ਪਿਆਰ ਦੇ ਬੱਚੇ ਆਉਣੇ ਆ। ਅਸੀਂ ਇੱਕ ਛਿਣ ਵਿੱਚ ਸੱਚਖੰਡ ਤੇ ਮਾਤ ਲੋਕ ਦੇ ਤੁਹਾਨੂੰ ਪਤਾ ਨਹੀਂ ਕਿੰਨੇ ਚੱਕਰ ਲਾ ਜਾਂਦੇ ਆ। ਅਥਾਹ ਆ ਉਹ ਜੋ ਸਰੂਪ ਮਹਾਰਾਜ ਸ਼ੇਰ ਸਿੰਘ ਜੀ ਨੂੰ ਕੋਲ ਅਥਾਹ ਤਾਕਤ ਆ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਇੱਕ ਛਿਣ ਦੇ ਵਿੱਚ ਅਸੀਂ ਮਾਤ ਲੋਕ ਤੁਹਾਡੇ ਕੋਲ ਤੇ ਸੱਚਖੰਡ ਦੇ ਕਿੰਨੇ ਕਿੰਨੇ ਚੱਕਰ ਲਾਉਣੇ ਆ। ਇੱਥੇ ਆਉਣੇ ਆ, ਉੱਥੇ ਜਾਣੇ, ਇੱਥੇ ਆਉਣੇ ਆ, ਆਉਣਾ ਜਾਣਾ ਸਾਡਾ। ਤੇ ਮਹਾਰਾਜ ਗ੍ਰੰਥਾਂ 'ਚ ਕਹਿੰਦੇ ਅੱਗੇ 16 ਨੰਬਰ ਗ੍ਰੰਥ 'ਚ ਮਹਾਰਾਜ ਕਿਹਾ
ਜੋ ਸਰੂਪ ਹੋ ਕੇ, ਨਿਰਗੁਣ ਸਰੂਪ ਹੋ ਕੇ, ਬਿਨ ਦੇਹ ਦੇ ਦੋ ਜਹਾਨ ਰਿਹਾ ਦੌੜ, ਕਿ ਮੈਂ ਦੋ ਜਹਾਨਾਂ ਦੇ ਵਿੱਚ ਦੌੜ ਰਿਹਾ ਜੋ ਸਰੂਪ ਹੋ ਕੇ। ਬੜੇ ਵੱਡਾ ਵਿਸਥਾਰ ਹੈ ਕਿ ਬਾਣੀ ਦਾ ਆਪਾਂ ਇਹ ਵਚਨ ਥੋੜੇ ਰਹਿ ਗਏ, ਆਪਾਂ ਸਾਂਝੇ ਕਰਕੇ ਫਿਰ ਸਮਾਪਤੀ ਕਰਨੀ ਥੋੜੀ। ਔਰ ਆਉਂਦੇ ਵੀ ਸੀ ਜਾਂਦੇ ਵੀ ਸੀ, ਇਹ ਸਾਰੀ ਸੱਚਾਈ ਆ। ਫਿਰ ਲਿਖਤ ਚ ਵੀ ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਇਆ, ਜੋਤੀ ਜਾਮਾ ਭੇਖ ਧਰਿਆ ਪ੍ਰਭ ਵਿਨਾਸ਼ੀ ਮਹਾਰਾਜ ਸ਼ੇਰ ਸਿੰਘ ਜੋ ਸਰੂਪ। ਨਾ ਆਉਂਦਾ ਕਿਸੇ ਨੂੰ ਨਜ਼ਰ ਆਵੇ, ਨਾ ਜਾਂਦਾ ਨਜ਼ਰ ਆਵੇ, ਕਲਯੁਗ ਜੀਵਾਂ ਨੂੰ ਸਮਝ ਹੀ ਨਹੀਂ। ਲੇਕਿਨ ਗੁਰਮੁਖਾਂ ਨੂੰ ਦੱਸਿਆ ਕਿ ਤੁਹਾਡੇ ਵਿੱਚ ਮੈਂ ਆ ਕੇ ਬਹਿਣਾ, ਪ੍ਰਗਟ ਹੋਣਾ ਤੇ ਤੁਹਾਨੂੰ ਕੋਈ ਭੁਲੇਖਾ ਨਹੀਂ ਗਾ, ਮੈਂ ਤੁਹਾਡੇ ਵਿੱਚ ਬਹਿਣਾ। ਇਹ ਸਾਰੀ ਮਹਾਰਾਜ ਨੇ ਲਿਖਤਾਂ ਚ ਅੱਗੇ ਸਾਰਾ ਵਿਸਥਾਰ ਨਾਲ ਦੱਸਿਆ। ਲੋਕਾਂ ਨੂੰ ਦੱਸਦੇ ਵੀ ਨਹੀਂ। ਪ੍ਰਸ਼ਾਦ ਦੀਪ ਸਿੰਘ ਮੋਤੇ ਨੂੰ ਰਜਾ ਕੇ ਛਕਾਓ, ਜਿੰਨਾ ਛਕ ਲਵੇ, ਨਾਲੇ ਪ੍ਰਸ਼ਾਦ ਵਰਤਾਓ, ਨਾਲੇ ਸ਼ਬਦ ਪੜੋ ਪ੍ਰੇਮ ਨਾਲ, ਜਿਹਦੇ ਨਾਲ ਅਸੀਂ ਵੀ ਚਲੇ ਜਾਈਏ। ਤੁਕਾਂ ਸ਼ਬਦ ਦੀਆਂ ਧਾਰਨ ਦੇ ਨਾਲ ਦੀਆਂ ਪੜਿਆ ਕਰੋ, ਰਾਹੋਂ ਕਰਾਏ ਨਾ ਲੱਗ ਜਾਇਆ ਕਰੋ। ਇਹ ਅਖੀਰੀ ਸ਼ਬਦ ਪੜਾਉਂਦੇ ਨੇ, ਅੱਗੋਂ ਹਟ ਜਾਓ ਅਮਲੀਆ। ਇਹ ਵੱਡੀ ਗੱਲ ਕਿਹੜੀ ਆ? ਖੱਬਾ ਚਰਨ ਤਾਂ ਕ੍ਰਿਸ਼ਨ ਦਾ ਵੀ ਬਿੰਨਿਆ ਗਿਆ ਸੀ। ਜੇ ਤੁਸੀਂ ਆਂਦੇ ਜੇ ਦੁੱਖ ਹੁੰਦਾ ਆ, ਤਕਲੀਫ ਆ, ਬਾਬੇ ਮੋਤਾ ਸੋਹਣਾ ਬਾਰੇ ਵੀ ਸੱਟ ਲੱਗ ਗਈ ਆ, ਪਰੇਸ਼ਾਨੀ ਆ, ਤਕਲੀਫ ਆ, ਤੇ ਉਹ ਮਹਾਰਾਜ ਜੀ ਕਹਿੰਦੇ ਕਿੱਡੀ ਕੁ ਵੱਡੀ ਗੱਲ ਆ। ਖੱਬਾ ਚਰਨ ਤੇ ਕ੍ਰਿਸ਼ਨ ਮਹਾਰਾਜ ਦਾ ਵੀ ਕਹਿੰਦੇ ਬਿੰਨਿਆ ਗਿਆ ਸੀ। ਜੇ ਇਹਨੂੰ ਆ ਰਿਹਾ ਕਸ਼ਟ, ਤੇ ਸਿੱਖੀ ਨੂੰ ਵੀ ਸਰਜੀਤ ਕੀਤਾ ਨਾ ਖੂਨ ਲੈ ਕੇ, ਤੇ ਆਪਣਾ ਆਪ ਤੇ ਵਾਰਨਾ ਪੈਂਦਾ। ਕਹਿੰਦੇ ਕ੍ਰਿਸ਼ਨ ਮਹਾਰਾਜ ਜਿਹੜੇ ਸੀ ਉਹਨਾਂ ਦਾ ਵੀ ਤੇ ਕ੍ਰਿਸ਼ਨ ਦਾ ਵੀ ਤੇ ਖੱਬਾ ਚਰਨ ਜਿਹੜਾ ਸੀ ਬਿੰਨਿਆ ਗਿਆ ਸੀ। ਵੱਡੀ ਗੱਲ ਕਿਹੜੀ ਆ? ਖੱਬਾ ਚਰਨ ਤਾਂ ਕ੍ਰਿਸ਼ਨ ਦਾ ਵੀ ਬਿੰਨਿਆ ਗਿਆ ਸੀ। ਜਿਹੜਾ ਖੂਨ ਸੀ ਇਹ ਸਿੱਖੀ ਦੀ ਦਾਤ ਸੀ ਤੇ ਦੇ ਦਿੱਤੀ ਆ। ਬੀਬੀ ਭਾਨੀ ਦੀ ਗੱਲ ਚੱਲ ਰਹੀ, ਫਿਰ ਵਾਰ-ਵਾਰ ਖੂਨ ਤੋਂ ਚੱਲੀ ਹੈ ਕਿ ਖੂਨ ਸੀ ਜਿਹੜਾ ਇਹ ਸਿੱਖੀ ਦੀ ਦਾਤ ਸੀ। ਵੇਖਿਓ, ਜਿਹੜਾ ਖੂਨ ਸੀ ਇਹ ਸਿੱਖਾਂ ਦੀ ਦਾਤ ਸੀ, ਦੇ ਦਿੱਤੀ ਆ। ਇਹ ਸਿੱਖਾਂ ਦੀ ਦਾਤ ਸੀ, ਸਿੱਖਾਂ ਨੂੰ ਦਿੱਤੀ ਆ ਖੂਨ ਦੀ ਦਾਤ। ਜਿਹੜਾ ਜਿਸ ਤਰ੍ਹਾਂ ਸਮਾਂ ਹੋਵੇ ਉਸੇ ਤਰ੍ਹਾਂ ਵਰਤਾਈ ਜਾਂਦੇ ਆ, ਜਿਸ ਤਰ੍ਹਾਂ ਸਮਾਂ ਹੋਵੇ ਉਸੇ ਤਰ੍ਹਾਂ ਵਰਤਾਈ ਜਾਂਦੇ ਆ, ਕਿਸੇ ਤੋਂ ਸਲਾਹ ਨਹੀਂ ਪੁੱਛਦੇ। ਮਹਾਰਾਜ ਕਹਿੰਦੇ ਮੈਂ ਕਿਸੇ ਤੋਂ ਸਲਾਹ ਨਹੀਂ ਪੁੱਛਦਾ, ਜਿਸ ਤਰ੍ਹਾਂ ਦਾ ਸਮਾਂ ਹੋਵੇ ਅਸੀਂ ਵਰਤਾਈ ਜਾਂਦੇ ਉਦਾਂ ਦਾ ਹੀ। ਕਾਰ ਕਰਕੇ ਦੱਸਦੇ ਹਾਂ, ਕੱਲ ਵਿਹਾਰ ਕੀਤਾ ਸੀ, ਇੱਕ ਨੇ ਕੇਸ ਫੜੇ ਤੇ ਦੋ ਨੇ ਚਰਨ ਫੜੇ, ਤੇ ਮੋਤੇ ਨੂੰ ਕੱਲ ਦੇ ਤਿੰਨੇ ਜਾਣੇ ਚੁੱਕਦੇ ਰਹੇ ਨੇ, ਚੌਥਾ ਲੱਗਾ ਨਹੀਂ ਹੈ। ਜਿਹੜਾ ਸ਼ੁਰੂ ਚ ਵਚਨ ਆਇਆ ਵੀ ਸਾਨੂੰ ਕੇਸਾਂ ਤੋਂ ਫੜੋ, ਵੀ ਚੇਤ ਦੀ ਪਹਿਲੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਵਿਹਾਰ ਕੀਤਾ ਸੀ ਕਿ ਸਾਨੂੰ ਕੇਸਾਂ ਤੋਂ ਫੜੋ, ਦੋਵਾਂ ਚਰਨਾਂ ਤੋਂ ਫੜੋ, ਚੁੱਕ ਕੇ ਪਲੰਘ ਤੇ ਸੁੱਟੋ। ਤੇ ਇਦਾਂ ਹੀ ਮਹਾਰਾਜ ਕਹਿੰਦੇ ਕਿ ਸਾਨੂੰ ਚੁੱਕ ਕੇ ਪਲੰਘ ਤੇ ਸੁੱਟੋ। ਉਹੀ ਕਹਿ ਰਹੇ ਕਿ ਜਿਹੜਾ ਉਹ ਵਿਹਾਰ ਕਰ ਰਹੇ ਸਾਂ, ਤਿੰਨ ਜਾਣੇ ਮੋਤੇ ਨੂੰ ਥੱਲੇ ਚੁੱਕ ਕੇ ਲਿਆਏ, ਔਰ ਚੁੱਕ ਕੇ ਲਿਆ ਕੇ ਨਾ ਉੱਤੇ ਸਾਡੇ ਕੋਲ ਲੰਮੇ ਪਾਤਾ। ਔਰ ਉਹ ਮਹਾਰਾਜ ਦੱਸ ਰਹੇ ਕਿ ਚੌਥਾ ਨਹੀਂ ਲੱਗਾ, ਜੇ ਚੌਥਾ ਲੱਗ ਜਾਂਦਾ ਤੇ ਦੇਹ ਛੁੱਟ ਜਾਣੀ। ਚਾਰ ਜਾਨੇ ਕਾਨੀ ਲੱਗਦੇ ਮ੍ਰਿਤਕ ਸਰੀਰ, ਤੇ ਮਹਾਰਾਜ ਕਹਿੰਦੇ ਤਿੰਨ ਹੀ ਲੱਗੇ ਰਹੇ। ਪਰ ਤਿੰਨ ਹੀ ਸਾਨੂੰ ਅਸੀਂ ਆਪਣੇ ਲਾਏ ਹੀ ਵਿਹਾਰ ਕੀਤਾ, ਔਰ ਤਿੰਨ ਹੀ ਇਹਨੂੰ ਚੁੱਕ ਕੇ ਉੱਤੇ ਤਿੰਨਾਂ ਨੇ ਲਿਆਂਦਾ। ਸਿੱਖੀ ਵਾਸਤੇ ਮਰਦ ਜੀ ਆਖੋ ਪਾਤਸ਼ਾਹ ਸਾਡੇ ਤੇ ਦਇਆ ਕਰੋ। ਸਿੱਖਾਂ ਦਾ ਜਿਹੜਾ ਖੂਨ ਸੀ ਉਹ ਮੋਤੇ ਦਾ ਖੂਨ ਦਿੱਤਾ ਜੇ, ਠੀਕ ਹੈ। ਜਿਹੜਾ ਸਿੱਖਾਂ ਦਾ ਖੂਨ ਵਗਣਾ ਸੀ ਜਾਂ ਸਿੱਖੀ ਦਾ ਜਿਹੜਾ ਡੁੱਲਣਾ ਸੀ, ਮਹਾਰਾਜ ਕਹਿੰਦੇ ਉਹ ਮੋਤੇ ਦਾ ਖੂਨ ਦੇਤਾ, ਸਿੱਖੀ ਦੀ ਜਗ੍ਹਾ ਦਿੱਤੇ। ਸਿੱਖੀ ਨੂੰ ਬਚਾ ਰਹੇ ਤੇ ਮੋਤੇ ਦਾ ਖੂਨ ਉੱਥੇ ਡੋਲ ਰਹੇ। ਇਹ ਬੜੇ ਵਚਨ ਗੋਝ ਵਾਲੇ ਆ। ਸਿੱਖਾਂ ਦਾ ਜਿਹੜਾ ਖੂਨ ਸੀ ਉਹ ਮੋਤੇ ਦਾ ਖੂਨ ਦਿੱਤਾ ਜੇ, ਸਿੱਖਾਂ ਨੂੰ ਸਰਾਜੀਤ ਕਰ ਦਿੱਤਾ ਜੇ। ਇਹ ਸਿੱਖਾਂ ਨੂੰ ਸਰਾਜੀਤ ਕਰ ਦਿੱਤਾ ਹੈ। ਸਿੱਖੀ ਜਿਹੜੀ ਆ ਸਰਜੀਤ ਕਰ ਦਿੱਤੀ ਹੈ, ਸਦਾ ਰਹਿਣ ਵਾਲੀ ਬਣਾ ਦਿੱਤੀ ਹੈ। ਸਾਰੀ ਸੰਗਤ ਦੇ ਸਾਹਮਣੇ ਅਮਲੀਆ ਅਸਾਂ ਆਪਣਾ ਬੱਚਾ ਨਿਚੋੜ ਕੱਤਿਆ ਹੈ। ਮਹਾਰਾਜ ਕਹਿੰਦੇ ਸਾਰੀ ਸੰਗਤ, ਬੱਚਾ ਲਿਖਿਆ ਇੱਥੇ ਕਿ ਅਸੀਂ ਆਪਣਾ ਬੱਚਾ ਨਿਚੋੜਿਆ ਸਾਰੀ ਸੰਗਤ ਦੇ ਸਾਹਮਣੇ ਅਮਲੀਆ। ਜੇ ਮੋਤੇ ਨੇ ਆਖਿਆ ਪਾਤਸ਼ਾਹ ਚਰਨਾਮਤ ਛਕੀਏ, ਅਸੀਂ ਤੇ ਅਸਾਂ ਆਖਿਆ ਤੁਹਾਡੇ ਪੀਣ ਵਾਲਾ ਚਰਨਾਮਤ ਨਹੀਂ, ਤੁਸੀਂ ਆਪ ਸੰਗਤਾਂ ਨੂੰ ਚਰਨਾਮਤ ਪਿਆਉਣ ਵਾਲੇ ਜੀ।
ਮੋਤੇ ਨੇ ਜਿਹੜੇ ਕੱਲ ਸਾਡੇ ਨਾਲ ਮਹਾਰਾਜ ਨੇ ਕਿਹਾ ਕਿ ਤੁਸੀਂ ਤੇ ਆਪ ਸੰਗਤਾਂ ਨੂੰ ਚਰਨਾਮਤ ਪਿਆਉਣ ਵਾਲੇ ਜੇ ਮੋਤਿਆ, ਚਰਨਾਮਤ ਪਿਆਉਣ ਵਾਲੇ ਜੀ। ਮੋਤੇ ਨੇ ਜਿਹੜੇ ਕੱਲ ਸਾਡੇ ਨਾਲ ਅੰਮ੍ਰਿਆ ਬਚਨ ਕੀਤੇ ਨੇ, ਠੰਡ ਪਾਤੀ ਸਰ ਆਖਿਆ ਸੱਚੇ ਪਾਤਸ਼ਾਹ ਦੇਹ ਵੀ ਤੁਹਾਡੀ ਸੀ ਤੇ ਸਿੱਖਾਂ ਤੇ ਜਿਹੜਾ ਇੰਨੀ ਦਇਆ ਕਰੇ ਸਿੱਖ ਕਿਉਂ ਉਹਦਾ ਪਿੱਛਾ ਛੱਡਣ। ਸੰਗਤ ਸਾਰੀ ਨਾਲ ਬਚਨ ਕਰਦੇ ਤੇ ਸਾਨੂੰ ਬੜੀ ਖੁਸ਼ੀ ਸੀ। ਸੰਗਤਾਂ ਸੰਗਤਾਂ ਥੋੜੀਆਂ ਰਹਿ ਗਈਆਂ ਤੇ ਥੋੜੀਆਂ ਹੈਗੀਆਂ ਵਿੱਚੋਂ ਚਲੇ ਗਏ ਨੇ। ਅੰਮ੍ਰਿਆ ਸਮੇਂ ਨਾਲ ਈਸ਼ਰਕਾਰ ਕਰਦਾ ਜੀ, ਹਰ ਵੇਲੇ ਨਹੀਂ ਭੱਜਾ ਫਿਰਦਾ। ਸਾਰੀ ਸੰਗਤ ਨੀਵੀਂ ਪਾ ਕੇ ਸਾਡੇ ਚਰਨਾਂ ਵਿੱਚ ਧਿਆਨ ਰੱਖੋ, ਅਸੀਂ ਚੱਲੇ। ਇਹ ਏਦਾਂ ਬਚਨ ਹੁੰਦੇ ਨੇ। ਇੰਨੇ ਕੁ ਬਚਨ ਸੀ ਜਿਹੜੇ ਆਪਾਂ ਸਾਂਝੇ ਕੀਤੇ ਇਹਦੇ ਵਿੱਚ। ਇਹ ਤਾਂ ਸਾਂਝੇ ਕੀਤੇ ਆ ਕਿਉਂਕਿ ਜਦੋਂ ਆਪਾਂ ਜ਼ਬਾਨੀ ਬਚਨ ਕਰਦੇ ਇੱਥੇ ਤਾਂ ਬਾਣੀ ਨੂੰ ਸਾਡੇ ਸਿੱਖ ਮੰਨਣੋਂ ਹਟਦੇ ਜਾਂਦੇ। ਜੋ ਬਾਣੀ 'ਚ ਲਿਖਿਆ ਉਹਦੇ ਤੇ ਕਿੰਤੂ ਪਰੰਤੂ ਚੱਲ ਰਿਹਾ, ਜੋ ਅੱਜ ਸਿੱਖੀ ਸਾਡੀ ਦਾ ਹਾਲ ਹੋਇਆ ਪਿਆ। ਔਰ ਬੜੀ ਦੁਬਦਾ ਦੇ ਭਰਮ 'ਚ ਪਏ ਹੋਏ ਆ, ਭੁਲੇਖਿਆਂ 'ਚ ਪੈ ਗਏ। ਤੇ ਤਾਂ ਕਰਕੇ ਬਚਨ ਪੜ੍ਹੇ ਆ ਕਿ ਗੱਲਾਂ ਬਾਤਾਂ ਨਹੀਂ, ਕਿਉਂਕਿ ਕੁਛ ਭੈਣ ਭਰਾ ਬਚਨ ਕਰ ਦਿੰਦੇ ਕਲਸੀਆਂ ਵਾਲੇ ਜਿਹੜੇ, ਉਹਦਾ ਗੱਲਾਂ ਬਾਤਾਂ ਹੀ ਐਵੇਂ ਕਰਦੇ ਆ, ਸਾਖੀਆਂ ਹੀ ਸੁਣਾਈ ਜਾਂਦੇ ਆ, ਬਾਣੀ ਨਹੀਂ ਪੜ੍ਹਦੇ। ਤੁਹਾਡੇ ਕੋਲ ਜਿਹੜੀ ਸਿੱਖੀ ਹੁੰਦੀ ਆ ਜਾਂ ਪਿੱਛੇ ਗੁਰੂ ਸਾਹਿਬਾਨ ਵੇਲੇ ਜਾਂ ਪਿਛਲੇ ਉਦੋਂ ਨਬੀਆਂ ਵੇਲੇ ਜਾਂ ਅਵਤਾਰਾਂ ਵੇਲੇ ਗ੍ਰੰਥ ਬਣਦਾ ਆ ਧਾਰਮਿਕ, ਉਹਦੇ ਵਿੱਚ ਜੋ ਲਿਖਿਆ ਹੁੰਦਾ ਸੱਤ ਹੁੰਦਾ। ਤੁਸੀਂ ਉੱਥੋਂ ਪੜ੍ਹ ਕੇ ਦੱਸ ਸਕਦੇ ਹੋ, ਕਥਾ ਕਰ ਸਕਦੇ ਹੋ ਕਿ ਆਹ ਸਾਡੇ ਧਰਮ ਦਾ ਧਰਮ ਗ੍ਰੰਥ ਆ ਔਰ ਇਹਨੂੰ ਅਸੀਂ ਮੰਨਦੇ ਹਾਂ। ਇੱਕ ਚੀਜ਼ ਤੁਹਾਡੀ ਉਹ ਹੁੰਦੀ ਹੈ। ਉਸ ਦੇ ਬਾਅਦ ਨਾਲ ਸਾਖੀਆਂ ਬਣ ਜਾਂਦੀਆਂ, ਸਾਖੀਆਂ ਲਿਖੀਆਂ ਦੀਆਂ। ਸਾਖੀ ਉਹਨੂੰ ਕਹਿੰਦੇ ਆ ਜੋ ਮਹਾਰਾਜ ਸ਼ੇਰ ਸਿੰਘ ਜੀ ਨੇ ਦੇਹ ਧਾਰਨ ਕਰਕੇ ਕੌਤਕ ਕੀਤੇ ਆ, ਜਿੰਨੇ ਵੀ ਉਹ ਸਾਰੇ ਸਾਖੀ ਬਣ ਗਏ। ਕੌਤਕ ਕੀਤੇ ਔਰ ਦੇਹ ਛੱਡ ਕੇ ਜੋ ਸਰੂਪ ਹੋਏ ਤੇ ਫਿਰ ਬਾਅਦ ਚੋਂ ਸਾਖੀ ਬਣਵਾਤੀ ਕਿ ਸਾਡੀ ਸਾਖੀ ਤਿਆਰ ਕਰ ਦਿਓ। ਜੋ ਜੋ ਅਸੀਂ ਕੌਤਕ ਕੀਤੇ, ਜੋ ਜੋ ਅਸੀਂ ਖੇਲ ਕਰਦੇ ਰਹੇ, ਚੋਜ ਕਰਦੇ ਰਹੇ, ਦੇਹ ਧਾਰਨ ਕੀਤੀ ਸੀ, ਔਰ ਸਾਡੀ ਇੱਕ ਸਾਖੀ ਬਣਾ ਦਿਓ। ਇਹ ਸੰਗਤਾਂ ਪੜ੍ਹ ਲੈਣ ਤੇ ਸੇਧ ਲੈ ਲੈਣ ਕਿ ਏਦਾਂ ਏਦਾਂ ਹੁੰਦਾ ਰਹੇ ਕਰਕੇ। ਸਾਖੀ ਤੇ ਇੱਕ ਨੰਬਰ ਗ੍ਰੰਥ, ਅਗਲੇ ਗ੍ਰੰਥਾਂ ਤੱਕ ਸਾਖੀ ਤੁਹਾਡੀ ਸਾਰੀ ਰਲਦੀ ਆ ਗ੍ਰੰਥ ਦੇ ਨਾਲ। ਫਿਰ ਆਪਣੇ ਕੋਲ ਧਰਮ ਦੇ ਵਿੱਚ ਸਰੋਤ ਹੁੰਦੇ ਆ ਗ੍ਰੰਥ, ਸਾਖੀ, ਚਿੱਠੀਆਂ। ਹਰ ਪੰਥ ਦੇ ਵਿੱਚ ਕੋਈ ਚਿੱਠੀ ਜਦੋਂ ਗੁਰੂ ਵੱਲੋਂ ਲਿਖੀ ਜਾਂਦੀ ਕਿ ਸਿੱਖ ਨੂੰ ਜਾਂ ਭਗਤਾਂ ਨੂੰ, ਜਾਂ ਗੁਰੂ ਲਿਖਦਾ ਆ ਕਿਸੇ ਨੂੰ। ਜਫਰ ਆਪਣਾ ਅਜੇ ਜਫਰਨਾਮੇ ਜਿਹੜੇ ਪੜ੍ਹਦੇ ਗੁਰੂ ਗੋਬਿੰਦ ਪਾਤਸ਼ਾਹ ਦੇ ਵੀ ਸਹੀ ਸੀ, ਔਰੰਗਜ਼ੇਬ ਨੂੰ ਲਿਖੇ ਜਿਹੜੀਆਂ ਚਿੱਠੀਆਂ ਲਿਖੀਆਂ ਗੋਬਿੰਦ ਪਾਤਸ਼ਾਹ ਨੇ, ਜਾਂ ਪਿੱਛੇ ਗੁਰੂ ਸਾਹਿਬ ਦੇ ਵੇਲੇ ਕੋਈ ਪੱਤਰ ਸੀ, ਉਹ ਸਾਰੇ ਪੱਤਰਾਂ ਦੀ ਕੀਮਤ ਹੈ ਕਿ ਉਹਨਾਂ ਨੇ ਲਿਖੇ ਆ। ਸਾਡੇ ਕੋਲ ਕੀ ਸਰੋਤ ਆ? ਚਿੱਠੀਆਂ, ਬਾਣੀ ਔਰ ਸਾਖੀ, ਤਿੰਨ, ਔਰ ਜੋ ਸਰੂਪ ਭਜਨ ਆਪਣੇ ਕੋਲ ਮਹਾਰਾਜ ਦੇ ਹਾਜ਼ਰ ਆ ਜਿਹੜੇ ਪੜ੍ਹੇ ਹੋਏ ਆਪਾਂ ਹੁਣ ਪੜ੍ਹ ਲਏ ਸਾਰੇ। ਇਹ ਸੱਚ ਆ, ਇਹਦੇ ਦੇ ਵਿੱਚ ਕੋਈ ਝੂਠ ਨਹੀਂ।